मेरा नाम नीशा है। मेरा ब्याह 6 साल पहला मेरे पिता जी के दोस्त के लड़के नाल होया सी। मेरे पिता जी की एक दुर्घटना विच मौत हो गई सी। असीं 2 भैणां हां। मैं अपने मापियां दी वड्डी धी सी। मेरी एक छोटी भैण भी है जिसका नाम नीतू है। जदों मैं 12 सालां दी सी मेरे पिता जी की एक कार हादसे विच मौत हो गई सी। साडे घर ते मेरे चाचा जी ने कब्जा कर लिया सी। मेरी मां बहुत डरपोक सी ਅਤੇ ਆਪਣੇ ਹੱਕਾਂ ਲਈ ਆਵਾਜ਼ ਨਹੀਂ ਉਠਾ ਸਕਦੀ ਸੀ। ਮੇਰੀ ਮੰਮੀ ਸਾਨੂੰ ਮੇਰੇ ਨਾਨਾ ਨਾਨੀ ਦੇ ਘਰ ਲੈ ਗਈ। ਜਦੋਂ ਤੱਕ ਸਾਡੇ ਨਾਨਾ ਨਾਨੀ ਜਿੰਦਾ ਰਹੇ ਸਾਨੂੰ ਉੱਥੇ ਬਹੁਤ ਇੱਜ਼ਤ ਮਿਲਦੀ ਸੀ। ਉਹਨਾਂ ਨੇ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਨਾ ਤਾਂ ਉਹਨਾਂ ਨੇ ਸਾਨੂੰ ਕਦੇ ਕਿਸੇ ਗੱਲ ਤੇ ਝਿੜਕਿਆ ਅਤੇ ਨਾ ਹੀ ਕਦੇ ਸਾਡੇ ਤੇ ਹੱਥ ਚੁੱਕਿਆ। ਮੇਰੇ ਨਾਨਕਿਆਂ ਨੇ ਸਾਡੀ ਮਾਂ ਦਾ ਦੂਜਾ ਵਿਆਹ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਕੁਝ ਸਮੇਂ ਬਾਅਦ ਮੇਰੇ ਨਾਨਾ ਨਾਨੀ ਵੀ ਇਸ ਦੁਨੀਆ ਤੋਂ ਚਲੇ ਗਏ ਅਤੇ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਮਾਮਾ ਜੀ ਤੇ ਆ ਗਈ। ਮੇਰੇ ਮਾਮਾ ਜੀ ਮੇਰੀ ਮਾਂ ਤੋਂ ਵੱਡੇ ਸੀ। ਮੇਰੇ ਮਾਮਾ ਜੀ ਦਾ ਵਿਆਹ ਮੇਰੇ ਨਾਨਾ ਨਾਨੀ ਜਿਉਂਦੇ ਹੀ ਹੋ ਗਿਆ ਸੀ। ਸਾਡੇ ਨਾਨਾ ਨਾਨੀ ਦੇ ਸਾਹਮਣੇ ਸਾਡੀ ਮਾਮੀ ਵੀ ਬਹੁਤ ਚੰਗੀ ਸੀ ਅਤੇ ਸਾਡੀ ਬਹੁਤ ਚੰਗੀ ਦੇਖਭਾਲ ਕਰਦੀ ਸੀ। ਪਰ ਨਾਨਾ ਨਾਨੀ ਦੀ ਮੌਤ ਤੋਂ ਬਾਅਦ ਸਾਡੀ ਮਾਮੀ ਨੇ ਸਾਡੇ ਤੋਂ ਅੱਖਾਂ ਫੇਰ ਲਈਆਂ ਸੀ ਅਤੇ ਉਹਨਾਂ ਦੇ ਘਰ ਸਾਡੇ ਤਿੰਨੇ ਮਾਂ ਧੀ ਨਾਲ ਨੌਕਰਾਨੀ ਵਰਗਾ ਸਲੂਕ ਕੀਤਾ ਜਾਣ ਲੱਗਾ। ਮੇਰੇ ਮਾਮੇ ਨੇ ਸਾਨੂੰ ਦੋਵੇਂ ਭੈਣਾਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਇਆ। ਮਾਮੀ ਨੂੰ ਸਾਡੀ ਪੜ੍ਹਾਈ ਤੇ ਖਰਚੇ ਨੂੰ ਲੈ ਕੇ ਹਮੇਸ਼ਾ ਪਰੇਸ਼ਾਨੀ ਹੁੰਦੀ ਸੀ। ਉਹ ਹਮੇਸ਼ਾ ਮਹਿੰਗਾਈ ਦੀ ਗੱਲ ਕਰਦੀ ਰਹਿੰਦੀ ਸੀ। ਪਤਾ ਨਹੀਂ ਮੇਰੀ ਮਾਂ ਤੇ ਮੇਰੀ ਮਾਮੀ ਦੀਆਂ ਗੱਲਾਂ ਦਾ ਅਸਰ ਸੀ ਜਾਂ ਮੇਰੀ ਮਾਂ ਆਪਣੀ ਜ਼ਿੰਦਗੀ ਇੰਨੀ ਹੀ ਲਿਖਾ ਕੇ ਲਿਆਈ ਸੀ। ਉਸ ਨੂੰ ਦਿਲ ਦੀ ਬਿਮਾਰੀ ਹੋ ਗਈ ਅਤੇ ਇਸ ਬਿਮਾਰੀ ਨੇ ਫਿਰ ਦਿਲ ਦੇ ਦੌਰੇ ਦਾ ਰੂਪ ਧਾਰ ਲਿਆ ਅਤੇ ਉਸ ਦੀ ਮੌਤ ਹੋ ਗਈ ਅਤੇ ਹੁਣ ਅਸੀਂ ਦੋਵੇਂ ਭੈਣਾਂ ਇਕੱਲੀਆਂ ਰਹਿ ਗਈਆਂ ਸੀ। ਘੱਟ ਤੋਂ ਘੱਟ ਕਹਿਣ ਲਈ ਸਾਡੇ ਬਹੁਤ ਸਾਰੇ ਰਿਸ਼ਤੇਦਾਰ ਸਨ ਅਤੇ ਉਹ ਦੁਨੀਆ ਨੂੰ ਦਿਖਾਉਣ ਲਈ ਸਾਡੀ ਦੇਖਭਾਲ ਵੀ ਕਰਦੇ ਸਨ ਅਤੇ ਸਾਡਾ ਹਾਲ ਚਾਲ ਵੀ ਪੁੱਛਦੇ ਰਹਿੰਦੇ ਸੀ। ਪਰ ਅਸਲੀਅਤ ਇਹ ਸੀ ਕਿ ਸਾਡੇ ਨਾਲ ਕਿਸੇ ਨੂੰ ਵੀ ਕੋਈ ਹਮਦਰਦੀ ਨਹੀਂ ਸੀ। ਕੋਈ ਵੀ ਸਾਡੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਸੀ। ਹੁਣ ਸਾਰੇ ਸਾਡੇ ਨਾਲ ਹਮਦਰਦੀ ਦਾ ਦਿਖਾਵਾ ਕਰਦੇ ਸੀ। ਮਾਮੀ ਤਾਂ ਸਾਰਿਆਂ ਦੇ ਸਾਹਮਣੇ ਬਹੁਤ ਚੰਗਾ ਵਿਵਹਾਰ ਕਰਦੀ ਸੀ ਪਰ ਜਦੋਂ ਇਕੱਲੀ ਹੁੰਦੀ ਸੀ ਤਾਂ ਸਾਡੇ ਨਾਲ ਬਹੁਤ ਮਾੜਾ ਵਰਤਾਓ ਕਰਦੀ ਸੀ। ਫਿਰ ਜਦੋਂ ਮੈਂ 22 ਸਾਲਾਂ ਦੀ ਹੋਈ ਤਾਂ ਮੇਰੇ ਮਾਮੇ ਨੇ ਮੇਰਾ ਵਿਆਹ ਮੇਰੇ ਪਿਤਾ ਜੀ ਦੇ ਦੋਸਤ ਦੇ ਪੁੱਤਰ ਨਾਲ ਕਰ ਦਿੱਤਾ। ਮੇਰੇ ਪਤੀ ਬਹੁਤ ਚੰਗੇ ਸਨ ਅਤੇ ਮੇਰਾ ਬਹੁਤ ਧਿਆਨ ਰੱਖਦੇ ਸਨ ਪਰ ਉਹ ਕੰਨਾਂ ਦੇ ਬਹੁਤ ਕੱਚੇ ਸਨ ਅਤੇ ਉਹ ਆਪਣੀ ਮਾਂ ਦਾ ਕਹਿਣਾ ਮੰਨਦੇ ਸਨ ਅਤੇ ਉਹਨਾਂ ਦੀ ਜ਼ੁਬਾਨੀ ਬੋਲਦੇ ਸੀ। ਆਪਣੀ ਮਾਂ ਦਾ ਕਹਿਣਾ ਮੰਨਣਾ ਬਹੁਤ ਚੰਗੀ ਆਦਤ ਹੈ ਪਰ ਬਿਨਾਂ ਸੁਣੇ ਅਤੇ ਸਮਝੇ ਉਸ ਦੀ ਮਾਂ ਜੋ ਵੀ ਉਸ ਨੂੰ ਦੱਸਦੀ ਉਹ ਉਸ ਦੀ ਮਾਂ ਦੀ ਗੱਲ ਮੰਨ ਲੈਂਦਾ ਸੀ ਅਤੇ ਫਿਰ ਉਹ ਮੇਰੇ ਨਾਲ ਲੜਨ ਲੱਗ ਪੈਂਦਾ ਸੀ। ਕੁਝ ਸਮੇਂ ਵਿੱਚ ਹੀ ਮੇਰੇ ਸਹੁਰੇ ਘਰ ਮੈਨੂੰ 8 ਸਾਲ ਬੀਤ ਗਏ ਅਤੇ ਮੈਂ 2 ਧੀਆਂ ਦੀ ਮਾਂ ਬਣ ਗਈ। ਪਹਿਲਾਂ ਮੈਨੂੰ ਦਾਜ ਨਾ ਲਿਆਉਣ ਦਾ ਮਿਹਣਾ ਮਾਰਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਮੈਨੂੰ ਨਵਾਂ ਤਾਨਾ ਮਾਰਨ ਲੱਗੇ ਕਿ ਮੈਂ ਸਿਰਫ ਧੀਆਂ ਨੂੰ ਜਨਮ ਦਿੰਦੀ ਹਾਂ ਅਤੇ ਇਹਨਾਂ ਲੋਕਾਂ ਨੂੰ ਕਦੇ ਵੀ ਪੁੱਤਰ ਦੀ ਖੁਸ਼ੀ ਨਹੀਂ ਦੇ ਸਕਦੀ। ਮੈਂ ਆਪਣੀ ਸੱਸ ਅਤੇ ਆਪਣੇ ਪਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਪੁੱਤਰ ਪੈਦਾ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ। ਇਹ ਰੱਬ ਦੀ ਮਰਜ਼ੀ ਹੈ। ਉਹ ਜਿਸ ਨੂੰ ਚਾਹੇ ਲੜਕਾ ਜਿਸ ਨੂੰ ਚਾਹੇ ਕੁੜੀ ਦੇ ਸਕਦਾ ਹੈ। ਪਰ ਉਹ ਮੇਰੀਆਂ ਗੱਲਾਂ ਨੂੰ ਨਾ ਸਮਝੇ ਅਤੇ ਮੈਨੂੰ ਪੜ੍ਹੀ ਲਿਖੀ ਹੋਣ ਦੇ ਵੀ ਤਾਨੇ ਮਾਰਦੇ ਰਹੇ। ਹੌਲੀ ਹੌਲੀ ਮੈਂ ਸਭ ਕੁਝ ਕਹਿਣਾ ਬੰਦ ਕਰ ਦਿੱਤਾ ਅਤੇ ਮੈਂ ਚੁੱਪ ਰਹਿਣ ਲੱਗੀ। ਇੱਕ ਦਿਨ ਮੇਰੀ ਭੈਣ ਨੀਤੂ ਦਾ ਵੀ ਵਿਆਹ ਹੋ ਗਿਆ ਤੇ ਮੇਰੇ ਮਨ ਦਾ ਬੋਝ ਹਲਕਾ ਹੋ ਗਿਆ। ਮੇਰੀ ਭੈਣ ਦਾ ਪਤੀ ਅਤੇ ਉਸਦੇ ਸਹੁਰੇ ਬਹੁਤ ਚੰਗੇ ਸਨ। ਮੈਨੂੰ ਇਸ ਗੱਲ ਤੋਂ ਵੀ ਰਾਹਤ ਮਿਲੀ ਕਿ ਆਖਰਕਾਰ ਮੇਰੀ ਭੈਣ ਦੀ ਮੁਸੀਬਤ ਖਤਮ ਹੋ ਗਈ। ਨੀਤੂ ਦੇ ਵਿਆਹ ਨੂੰ ਅਜੇ 10 ਮਹੀਨੇ ਹੀ ਹੋਏ ਸਨ ਕਿ ਮੇਰੀ ਭੈਣ ਵਿਧਵਾ ਹੋ ਗਈ ਅਤੇ ਉਸ ਦੇ ਸਹੁਰਿਆਂ ਨੇ ਉਸ ਨੂੰ ਬਦਕਿਸਮਤ ਕਹਿ ਕੇ ਘਰੋਂ ਕੱਢ ਦਿੱਤਾ। ਮਾਮੀ ਨੀਤੂ ਨੂੰ ਘਰ ਰੱਖਣ ਲਈ ਤਿਆਰ ਨਹੀਂ ਸੀ ਅਤੇ ਮਾਮਾ ਮਾਮੀ ਦੀ ਗੱਲ ਮੰਨਣ ਲਈ ਮਜਬੂਰ ਹੋ ਗਏ ਸੀ। ਮੇਰੇ ਸਹੁਰੇ ਵਾਂਗ ਮੇਰੇ ਮਾਮਾ ਜੀ ਵੀ ਮੇਰੀ ਮਾਮੀ ਤੋਂ ਬਹੁਤ ਡਰਦੇ ਸਨ। ਇੱਕ ਦਿਨ ਜਦੋਂ ਮੈਂ ਆਪਣੀ ਮਾਮੀ ਦੇ ਘਰ ਗਈ ਤਾਂ ਮੇਰੀ ਮਾਮੀ ਨੀਤੂ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਉਸ ਤੋਂ ਛੁਡਵਾਇਆ ਅਤੇ ਫਿਰ ਗੁੱਸੇ ਵਿੱਚ ਉਸ ਦੇ ਕੁਝ ਕੱਪੜੇ ਲੈ ਕੇ ਉਸ ਨੂੰ ਆਪਣੇ ਘਰ ਲੈ ਆਈ। ਪਰ ਇੱਥੇ ਹੰਗਾਮਾ ਮਚ ਗਿਆ ਜਦੋਂ ਮੇਰੀ ਸੱਸ ਨੂੰ ਪਤਾ ਲੱਗਾ ਕਿ ਉਹ ਇੱਥੇ ਹੀ ਰਹੇਗੀ।
ਤਾਂ ਉਹ ਹੱਥ ਧੋ ਕੇ ਮੇਰੇ ਪਿੱਛੇ ਪੈ ਗਈ। ਮੈਨੂੰ ਆਪਣੀ ਭੈਣ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ, ਪਰ ਮੈਂ ਉਸ ਨੂੰ ਇਕੱਲਾ ਨਹੀਂ ਛੱਡ ਸਕਦੀ ਸੀ। ਮੇਰੀ ਸੱਸ ਨੂੰ ਮੇਰੀ ਭੈਣ ਦਾ ਘਰ ਆਉਣਾ ਪਸੰਦ ਨਹੀਂ ਸੀ। ਉਹ ਹਰ ਰਾਤ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾਉਂਦੀ ਰਹਿੰਦੀ ਸੀ। ਮੈਂ ਰਾਤ ਨੂੰ ਰਸੋਈ ਦਾ ਕੰਮ ਖਤਮ ਕਰਕੇ ਆਪਣੇ ਕਮਰੇ ਵੱਲ ਜਾ ਰਹੀ ਸੀ। ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਕੁਝ ਰੌਲਾ ਰੱਪਾ ਸੁਣਾਈ ਦੇਣ ਲੱਗਾ। ਨਾ ਚਾਹੁੰਦੇ ਹੋਏ ਵੀ ਮੈਂ ਰੁਕ ਕੇ ਸੁਣਦੀ ਰਹੀ ਕਿ ਉਹ ਕੀ ਕਹਿ ਰਹੀ ਸੀ। ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਮੇਰੇ ਪਤੀ ਨੂੰ ਮੇਰੇ ਅਤੇ ਮੇਰੀ ਭੈਣ ਵਿਰੁੱਧ ਭੜਕਾ ਰਹੀ ਸੀ। ਜਦੋਂ ਮੈਂ ਉਸ ਦੀ ਗੱਲ ਧਿਆਨ ਨਾਲ ਸੁਣੀ ਤਾਂ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਵੇਖ, ਤੁਹਾਡੀ ਪਤਨੀ ਨੂੰ ਕਿਸੇ ਦਾ ਡਰ ਹੈ ਜਾਂ ਨਹੀਂ? ਇਹ ਮਹਿੰਗਾਈ ਦਾ ਦੌਰ ਹੈ। ਇੰਨੀ ਘੱਟ ਆਮਦਨ ਨਾਲ ਵਿਅਕਤੀ ਨੂੰ ਆਪਣੇ ਖਰਚੇ ਪੂਰੇ ਕਰਨੇ ਔਖੇ ਹਨ। ਇਸ ਸਮੇਂ ਆਪਣਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਤੋਂ ਇਲਾਵਾ ਤੁਹਾਡੀ ਪਤਨੀ ਨੇ ਸਾਡੇ ਤੇ ਇੱਕ ਹੋਰ ਜ਼ਿੰਮੇਵਾਰੀ ਪਾ ਦਿੱਤੀ ਹੈ। ਪਹਿਲਾਂ ਅਸੀਂ ਉਸ ਨੂੰ ਅਤੇ ਉਸ ਦੀਆਂ ਧੀਆਂ ਦਾ ਪਾਲਣ ਪੋਸ਼ਣ ਕਰ ਰਹੇ ਸੀ। ਉਸ ਦੀ ਜ਼ਿੰਮੇਵਾਰੀ ਕੀ ਘੱਟ ਸੀ ਕਿ ਉਹ ਆਪਣੀ ਭੈਣ ਨੂੰ ਵੀ ਲੈ ਆਈ। ਕੱਲ ਨੂੰ ਉਹ ਆਪਣੇ ਬਾਕੀ ਮਾਤਾ ਪਿਤਾ ਨੂੰ ਵੀ ਲੈ ਆਵੇਗੀ ਅਤੇ ਫਿਰ ਇੱਕ ਦਿਨ ਆਪਣੇ ਪੂਰੇ ਪਰਿਵਾਰ ਨੂੰ ਇੱਥੇ ਹੀ ਇਕੱਠਾ ਕਰ ਲਵੇਗੀ ਅਤੇ ਤੁਸੀਂ ਉਸ ਨੂੰ ਗੂੰਗਿਆਂ ਵਾਂਗ ਦੇਖਦੇ ਰਹਿਣਾ। ਉਸ ਨੂੰ ਕਿਸੇ ਵੀ ਗੱਲ ਤੋਂ ਇਨਕਾਰ ਨਾ ਕਰਨਾ, ਉਸ ਨੂੰ ਕੁਝ ਨਾ ਕਹਿਣਾ। ਮੇਰਾ ਪਤੀ ਚੁੱਪਚਾਪ ਉਸ ਦੀ ਹਰ ਗੱਲ ਸੁਣ ਰਿਹਾ ਸੀ। ਫਿਰ ਕੁਝ ਦੇਰ ਬਾਅਦ ਜਦੋਂ ਉਹ ਬੋਲਿਆ ਤਾਂ ਉਸ ਨੇ ਕਿਹਾ, ਮਾਤਾ ਜੀ, ਮੈਂ ਉਸ ਨੂੰ ਕਹਿੰਦਾ ਹਾਂ, ਮੈਂ ਹੋਰ ਕੀ ਕਰਾਂ। ਮੇਰੀ ਸੱਸ ਨੂੰ ਹਰ ਗੱਲ ਵਿੱਚ ਆਪਣੀ ਮਰਜ਼ੀ ਹੀ ਚਲਾਉਣ ਦੀ ਆਦਤ ਸੀ। ਜਦੋਂ ਉਹ ਆਪਣੀ ਮਰਜ਼ੀ ਕਰਨ ਤੇ ਆਉਂਦੀ ਸੀ ਤਾਂ ਉਹ ਕਿਸੇ ਹੋਰ ਦੀ ਗੱਲ ਨਹੀਂ ਸੁਣਦੀ ਸੀ। ਉਸ ਦੇ ਸਾਹਮਣੇ ਉਸ ਦਾ ਪੁੱਤਰ ਹੁੰਦਾ ਜਾਂ ਉਸ ਦਾ ਪਤੀ, ਸਾਰੇ ਉਸ ਤੋਂ ਡਰਦੇ ਸੀ। ਮੈਂ ਉਸ ਦੇ ਬੇਟੇ ਨੂੰ ਸਮਝ ਸਕਦੀ ਸੀ ਕਿਉਂਕਿ ਉਹ ਉਸ ਦੀ ਮਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੀ। ਉਹ ਕਿਸੇ ਵੀ ਹਾਲ ਵਿੱਚ ਆਪਣੀ ਮਾਂ ਨੂੰ ਪਲਟ ਕੇ ਜਵਾਬ ਨਹੀਂ ਦੇ ਸਕਦੇ ਸੀ। ਪਰ ਮੇਰਾ ਸਹੁਰਾ ਉਸ ਤੋਂ ਕਿਉਂ ਡਰਦੇ ਸੀ? ਉਹ ਉਹਨਾਂ ਦੀ ਨਜਾਇਜ਼ ਗੱਲ ਨੂੰ ਵੀ ਮੰਨਦੇ ਸੀ ਅਤੇ ਪਤਾ ਨਹੀਂ ਕਿਉਂ ਉਹ ਉਹਨਾਂ ਦੀ ਹਰ ਗੱਲ ਤੇ ਚੁੱਪ ਰਹਿੰਦੇ ਸੀ। ਮੇਰੀ ਸੱਸ ਨੇ ਜੋ ਕਿਹਾ ਉਹ ਸਭ ਮੇਰੀ ਸਮਝ ਤੋਂ ਬਾਹਰ ਸੀ। ਮੇਰੀ ਭੈਣ ਬਹੁਤ ਚੰਗੀ ਸੀ ਅਤੇ ਉਹ ਬਹੁਤ ਮਾਸੂਮ ਸੀ ਅਤੇ ਸਾਰਿਆਂ ਦਾ ਕਹਿਣਾ ਮੰਨਦੀ ਸੀ ਅਤੇ ਵੱਡਿਆਂ ਦਾ ਆਦਰ ਕਰਦੀ ਸੀ, ਪਰ ਉਹ ਹਾਲਾਤਾਂ ਦੁਆਰਾ ਅਜਿਹਾ ਕਰਨ ਲਈ ਮਜਬੂਰ ਸੀ। ਇਸ ਵਿੱਚ ਉਸ ਦਾ ਕੀ ਕਸੂਰ ਸੀ? ਇਸ ਦੁਨੀਆ ਵਿੱਚ ਮੇਰੇ ਤੋਂ ਬਿਨਾਂ ਉਸ ਦਾ ਹੋਰ ਕੋਈ ਨਹੀਂ ਸੀ। ਜੇ ਉਹ ਚਲੀ ਜਾਂਦੀ ਤਾਂ ਕਿੱਥੇ ਜਾਂਦੀ? ਅਤੇ ਜੇ ਮੈਂ ਵੀ ਇਸ ਔਖੇ ਸਮੇਂ ਵਿੱਚ ਉਸ ਨੂੰ ਛੱਡ ਕੇ ਉਸ ਦੀ ਇਸ ਔਖੀ ਘੜੀ ਵਿੱਚ ਵੀ ਮਦਦ ਨਾ ਕਰਦੀ ਤਾਂ ਅਜੇ ਰਿਸ਼ਤਿਆਂ ਦਾ ਕੀ ਫਾਇਦਾ ਜੇ ਕਠੋਰ ਧੁੱਪ ਵਿੱਚ ਠੰਡੀ ਛਾਂ ਨਹੀਂ ਬਣ ਸਕਦੇ। ਉਹ ਹਰ ਰੋਜ਼ ਮੇਰੇ ਪਤੀ ਨੂੰ ਮੇਰੇ ਵਿਰੁੱਧ ਭੜਕਾਉਂਦੀ ਰਹਿੰਦੀ ਸੀ ਕਿ ਤੁਸੀਂ ਆਪਣੀ ਪਤਨੀ ਨੂੰ ਕਹੋ ਕਿ ਉਹ ਆਪਣੀ ਭੈਣ ਨੂੰ ਇੱਥੋਂ ਭੇਜ ਦੇਵੇ। ਮੈਂ ਉਸ ਤੋਂ ਹੋਰ ਕੁਝ ਨਹੀਂ ਸੁਣ ਸਕਦੀ ਸੀ ਅਤੇ ਆਪਣੇ ਹੰਝੂ ਪੀਂਦੀ ਹੋਈ ਆਪਣੇ ਕਮਰੇ ਵਿੱਚ ਵਾਪਸ ਆ ਗਈ। ਜਦੋਂ ਮੇਰਾ ਪਤੀ ਕਮਰੇ ਵਿੱਚ ਆਇਆ ਮੈਨੂੰ ਪਤਾ ਸੀ ਕਿ ਉਹ ਆਪਣਾ ਸਾਰਾ ਗੁੱਸਾ ਮੇਰੇ ਤੇ ਕੱਢਣ ਜਾ ਰਿਹਾ ਸੀ। ਉਸ ਦੇ ਅੰਦਾਜ਼ ਅਤੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਬਹੁਤ ਗੁੱਸੇ ਵਿੱਚ ਸੀ। ਜਦੋਂ ਉਸ ਨੇ ਮੇਰੇ ਨਾਲ ਗੱਲ ਕਰਨੀ ਚਾਹੀ ਤਾਂ ਮੈਂ ਸੌਣ ਦੀ ਐਕਟਿੰਗ ਕਰਨ ਲੱਗੀ। ਮੇਰੀ ਸੱਸ ਦੀਆਂ ਗੱਲਾਂ ਸੁਣਦਿਆਂ ਹੀ ਮੇਰੇ ਦਿਲ ਤੇ ਛੁਰੀਆਂ ਚੱਲਣ ਲੱਗ ਗਈਆਂ ਸੀ। ਹੁਣ ਮੈਂ ਆਪਣੇ ਦਿਲ ਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਫਿਰ ਪਤਾ ਨਹੀਂ ਕਿਸ ਵੇਲੇ ਮੈਨੂੰ ਨੀਂਦ ਆ ਗਈ ਅਤੇ ਅਗਲੀ ਸਵੇਰ ਉਹੀ ਹੰਗਾਮਾ ਸ਼ੁਰੂ ਹੋ ਗਿਆ। ਜਦੋਂ ਕਿ ਮੇਰੀ ਭੈਣ ਘਰ ਦਾ ਸਾਰਾ ਕੰਮ ਕਰਦੀ ਸੀ ਅਤੇ ਮੈਨੂੰ ਵੀ ਉਸ ਦੀ ਮਦਦ ਮਿਲ ਜਾਂਦੀ ਸੀ। ਉਹ ਇੱਥੇ ਪੂਰੀ ਤਰ੍ਹਾਂ ਚੁੱਪਚਾਪ ਸਮਾਂ ਗੁਜ਼ਾਰ ਰਹੀ ਸੀ। ਜੇ ਮੇਰੀ ਸੱਸ ਉਸ ਨੂੰ ਕੁਝ ਕਹਿ ਵੀ ਦਿੰਦੀ ਤਾਂ ਵੀ ਉਹ ਉਸ ਨੂੰ ਕਦੇ ਕੋਈ ਜਵਾਬ ਨਹੀਂ ਦਿੰਦੀ ਸੀ। ਪਰ ਉਹ ਵੀ ਸਾਰਿਆਂ ਦੇ ਵਿਵਹਾਰ ਨੂੰ ਸਮਝ ਰਹੀ ਸੀ ਅਤੇ ਸਾਰਿਆਂ ਦਾ ਅੰਦਾਜ਼ ਦੇਖ ਕੇ ਉਸ ਨੇ ਮੈਨੂੰ ਕਿਹਾ ਕਿ ਉਹ ਮੇਰੀ ਮਾਮੀ ਦੇ ਘਰ ਜਾਵੇਗੀ ਅਤੇ ਉੱਥੇ ਹੀ ਰਹੇਗੀ। ਪਰ ਮੈਨੂੰ ਪਤਾ ਸੀ ਕਿ ਮਾਮੀ ਉੱਥੇ ਉਸ ਨਾਲ ਕਿਹੋ ਜਿਹਾ ਸਲੂਕ ਕਰੇਗੀ। ਇਸ ਲਈ ਮੈਂ ਉਸ ਨੂੰ ਉੱਥੇ ਜਾਣ ਤੋਂ ਸਖਤੀ ਨਾਲ ਵਰਜਿਆ ਅਤੇ ਕਿਹਾ ਕਿ ਉਸ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਮੈਂ ਸਭ ਕੁਝ ਸੰਭਾਲ ਲਵਾਂਗੀ। ਪਰ ਹੁਣ ਘਰ ਦੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਸਨ ਅਤੇ ਹੁਣ ਮੇਰੀ ਸੱਸ ਮੈਨੂੰ ਹਰ ਰੋਜ਼ ਤਾਨੇ ਮਾਰਦੀ ਸੀ ਕਿ ਤੇਰੀ ਭੈਣ ਕਦੋਂ ਤੱਕ ਇੱਥੇ ਰਹੇਗੀ ਅਤੇ ਮੈਂ ਇਸ ਗੱਲ ਤੇ ਚੁੱਪ ਰਹਿੰਦੀ ਸੀ। ਮੇਰੀ ਇੱਕ ਨਣਦ ਸੀ ਜੋ ਆਪਣੀ ਮਾਂ ਵਰਗੀ ਬਿਲਕੁਲ ਨਹੀਂ ਸੀ। ਉਹ ਬਹੁਤ ਮਿੱਠੀ ਅਤੇ ਚੰਗੀ ਸੀ। ਉਸ ਦਾ ਵਿਆਹ ਕਿਸੇ ਹੋਰ ਸ਼ਹਿਰ ਵਿੱਚ ਹੋ ਗਿਆ ਸੀ
ਅੱਜ ਉਹ ਕੁਝ ਦਿਨਾਂ ਲਈ ਆਪਣੇ ਪਤੀ ਨਾਲ ਰਹਿਣ ਲਈ ਸਾਡੇ ਘਰ ਆਈ ਸੀ। ਉਸ ਦੇ ਆਉਣ ਨਾਲ ਮੈਂ ਹੌਸਲਾ ਵਧਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਦੋਂ ਵੀ ਉਹ ਆਪਣੀ ਮਾਂ ਨੂੰ ਮੇਰੇ ਨਾਲ ਬੇਇਨਸਾਫੀ ਹੁੰਦੀ ਦੇਖਦੀ ਸੀ ਤਾਂ ਉਹ ਆਪਣੀ ਮਾਂ ਨੂੰ ਉੱਥੇ ਹੀ ਝਟਕ ਦਿੰਦੀ ਸੀ। ਮੈਂ ਆਪਣੀ ਨਣਦ ਨੂੰ ਬਹੁਤ ਪਸੰਦ ਕਰਦੀ ਸੀ, ਪਰ ਮੈਨੂੰ ਉਸ ਦਾ ਪਤੀ ਬਿਲਕੁਲ ਵੀ ਪਸੰਦ ਨਹੀਂ ਸੀ। ਅਜੀਬ ਕਿਸਮ ਦਾ ਬਦਤਮੀਜ਼ ਬੰਦਾ ਸੀ। ਉਸ ਨੂੰ ਤਾਂ ਕਿਸੇ ਵੱਲ ਦੇਖਣ ਦਾ ਵੀ ਢੰਗ ਨਹੀਂ ਸੀ, ਪਰ ਮੈਂ ਸਭ ਕੁਝ ਨਜ਼ਰ ਅੰਦਾਜ਼ ਕਰ ਦਿੰਦੀ ਸੀ। ਜੇ ਮੈਂ ਕਿਸੇ ਨੂੰ ਇਸ ਬਾਰੇ ਦੱਸਦੀ ਵੀ ਤਾਂ ਕਿਸ ਨੂੰ ਦੱਸਦੀ। ਮੈਂ ਆਪਣੀ ਨਣਦ ਲਈ ਖਾਣਾ ਬਣਾਇਆ ਸੀ। ਮੈਂ ਆਪਣੀ ਤਰਫੋਂ ਕਿਸੇ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦਿੱਤਾ। ਜਦੋਂ ਮੇਰੀ ਨਣਦ ਅਤੇ ਉਸ ਦਾ ਪਤੀ ਸਾਡੇ ਘਰ ਆਏ ਤਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਮੇਰੀ ਭੈਣ ਜਾ ਕੇ ਆਪਣੇ ਕਮਰੇ ਵਿੱਚ ਬੈਠ ਗਈ ਅਤੇ ਰਾਤ ਨੂੰ ਮੇਰੀ ਸੱਸ ਨੇ ਕਿਹਾ ਕਿ ਆਪਣੀ ਭੈਣ ਨੂੰ ਬੋਲ ਦਿਓ ਜਾਂ ਤਾਂ ਸਟੋਰ ਰੂਮ ਵਿੱਚ ਸੌਂ ਜਾਣ ਜਾਂ ਬਾਹਰ ਗੈਲਰੀ ਵਿੱਚ, ਕਿਉਂਕਿ ਮੇਰੀ ਧੀ ਅਤੇ ਜਵਾਈ ਕਮਰੇ ਵਿੱਚ ਰਹਿਣਗੇ। ਮੈਂ ਆਪਣੀ ਭੈਣ ਬਾਰੇ ਬਹੁਤ ਕੁਝ ਸੋਚਿਆ ਕਿ ਇੰਨੀ ਗਰਮੀ ਵਿੱਚ ਉਹ ਸਟੋਰ ਰੂਮ ਵਿੱਚ ਕਿਵੇਂ ਸੌਂ ਸਕਦੀ ਹੈ। ਨਾ ਤਾਂ ਕੋਈ ਉੱਥੇ ਪੱਖਾ ਸੀ ਅਤੇ ਨਾ ਹੀ ਕੋਈ ਖਿੜਕੀ। ਮੈਂ ਇਹ ਸਭ ਆਪਣੀ ਭੈਣ ਨੂੰ ਬਹੁਤ ਹੀ ਦੁਖੀ ਮਨ ਨਾਲ ਕਿਹਾ, ਕਿਉਂਕਿ ਮੈਂ ਘਰ ਵਿੱਚ ਕੋਈ ਹੰਗਾਮਾ ਨਹੀਂ ਕਰਨਾ ਚਾਹੁੰਦੀ ਸੀ। ਉਹ ਵਿਚਾਰੀ ਮੇਰੇ ਕਹਿਣ ਤੇ ਗੈਲਰੀ ਵਿੱਚ ਸੌਂ ਗਈ ਸੀ ਅਤੇ ਅਸੀਂ ਸਾਰੇ ਸੌਣ ਲਈ ਆਪਣੇ ਕਮਰਿਆਂ ਵਿੱਚ ਚਲੇ ਗਏ ਸੀ। ਅੱਧੀ ਰਾਤ ਨੂੰ ਅਚਾਨਕ ਰੌਲਾ ਸੁਣ ਕੇ ਮੇਰੀ ਅੱਖ ਖੁੱਲੀ ਤਾਂ ਮੈਂ ਅਤੇ ਮੇਰਾ ਪਤੀ ਬਾਹਰ ਨੂੰ ਭੱਜੇ। ਦੇਖਿਆ ਕਿ ਸਾਰੇ ਬਾਹਰ ਖੜੇ ਸਨ। ਮੇਰੀ ਸੱਸ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਤੁਸੀਂ ਆਪਣੀ ਭੈਣ ਨੂੰ ਇਸ ਦਿਨ ਲਈ ਇੱਥੇ ਲਿਆਈ ਸੀ ਤਾਂ ਜੋ ਉਹ ਮੇਰੀ ਧੀ ਦਾ ਘਰ ਬਰਬਾਦ ਕਰਨ ਦੀ ਕੋਸ਼ਿਸ਼ ਕਰੇ। ਜਦੋਂ ਮੈਂ ਨੀਤੂ ਵੱਲ ਦੇਖਿਆ ਤਾਂ ਉਹ ਬਹੁਤ ਡਰੀ ਹੋਈ ਸੀ ਅਤੇ ਉਹ ਬੁਰੀ ਤਰ੍ਹਾਂ ਰੋ ਰਹੀ ਸੀ। ਉਹ ਦੌੜਦੀ ਮੇਰੇ ਕੋਲ ਆਈ ਅਤੇ ਕਿਹਾ ਕਿ ਮੈਂ ਉਸ ਨੂੰ ਬੁਲਾਇਆ ਨਹੀਂ ਸੀ, ਉਹ ਖੁਦ ਇੱਥੇ ਆਇਆ ਸੀ। ਉਹ ਮੇਰੀ ਨਣਦ ਦੇ ਪਤੀ ਦਾ ਜ਼ਿਕਰ ਕਰ ਰਹੀ ਸੀ, ਜਦੋਂ ਕਿ ਮੇਰਾ ਜੀਜਾ ਜੀ ਕਹਿ ਰਹੇ ਸੀ ਕਿ ਮੇਰੀ ਭੈਣ ਨੂੰ ਉਸ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਘਰ ਵਿੱਚ ਤਮਾਸ਼ਾ ਬਣ ਗਿਆ ਸੀ। ਮੈਨੂੰ ਸਾਰਿਆਂ ਦੇ ਸਾਹਮਣੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਮੇਰੀ ਭੈਣ ਅਜਿਹਾ ਕਦੇ ਨਹੀਂ ਕਰ ਸਕਦੀ ਸੀ, ਪਰ ਜੋ ਵੀ ਹੋ ਰਿਹਾ ਸੀ ਉਸ ਨੇ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚਾਈ ਸੀ। ਮੈਂ ਆਪਣੀ ਨਣਦ ਵੱਲ ਦੇਖਿਆ, ਸੋਚਿਆ ਕਿ ਦੀਦੀ ਮੇਰੀ ਭੈਣ ਬਾਰੇ ਕੀ ਸੋਚਦੀ ਹੋਵੇਗੀ, ਪਰ ਮੈਨੂੰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਰਮਿੰਦਗੀ ਨਜ਼ਰ ਆ ਰਹੀ ਸੀ, ਇੱਕ ਅਜੀਬ ਜਿਹੀ ਉਦਾਸੀ ਅਤੇ ਇੱਕ ਅਜੀਬ ਸ਼ੱਕ ਸੀ। ਉਹ ਜਿਸ ਤਰੀਕੇ ਨਾਲ ਆਪਣੇ ਪਤੀ ਵੱਲ ਦੇਖ ਰਹੀ ਸੀ, ਉਸ ਤੋਂ ਮੈਂ ਅੰਦਾਜ਼ਾ ਲਗਾ ਸਕਦੀ ਸੀ ਕਿ ਉਹ ਜਾਣਦੀ ਸੀ ਕਿ ਇਹ ਉਸ ਦੇ ਪਤੀ ਦਾ ਕਸੂਰ ਸੀ, ਪਰ ਸ਼ਾਇਦ ਉਹ ਸਭ ਦੇ ਸਾਹਮਣੇ ਇਹ ਗੱਲ ਨਹੀਂ ਕਹਿ ਸਕਦੀ ਸੀ। ਮੇਰੀ ਸੱਸ ਕਿਸੇ ਵੀ ਹਾਲਤ ਵਿੱਚ ਇਹ ਮੰਨਣ ਲਈ ਤਿਆਰ ਨਹੀਂ ਸੀ ਅਤੇ ਮੇਰੀ ਨਣਦ ਨੇ ਕਿਸੇ ਤਰ੍ਹਾਂ ਗੱਲ ਨੂੰ ਦਬਾ ਦਿੱਤਾ ਅਤੇ ਸਾਰੇ ਵਾਪਸ ਸੌਂ ਗਏ। ਜਿਵੇਂ ਹੀ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਮੇਰੇ ਪਤੀ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਅਤੇ ਕਿਹਾ ਕਿ ਤੇਰੀ ਭੈਣ ਦੇ ਲੱਛਣ ਠੀਕ ਨਹੀਂ ਹਨ। ਉਹ ਵੀ ਅਜੀਬ ਇਸ਼ਾਰੇ ਕਰਕੇ ਮੈਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੀ ਹੈ। ਆਪਣੀ ਭੈਣ ਤੇ ਇਹ ਇਲਜ਼ਾਮ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ, ਕਿਉਂਕਿ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਮੈਨੂੰ ਇਹ ਵੀ ਪਤਾ ਸੀ ਕਿ ਮੇਰਾ ਪਤੀ ਮੇਰੀ ਭੈਣ ਤੇ ਇੰਨਾ ਵੱਡਾ ਇਲਜ਼ਾਮ ਲਗਾ ਰਿਹਾ ਹੈ। ਪਰ ਮੈਂ ਚੁੱਪਚਾਪ ਸਭ ਕੁਝ ਬਰਦਾਸ਼ਤ ਕਰਨ ਲਈ ਮਜਬੂਰ ਸੀ, ਕਿਉਂਕਿ ਸਾਡੇ ਦੋਨਾਂ ਭੈਣਾਂ ਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ ਜੋ ਸਾਡੀ ਤਰਫੋਂ ਬੋਲ ਸਕੇ ਅਤੇ ਸਾਨੂੰ ਸਹਾਰਾ ਦੇ ਸਕੇ। ਇਹੀ ਕਾਰਨ ਸੀ ਕਿ ਇਹ ਹਰ ਕੋਈ ਸਾਨੂੰ ਬੇਸਹਾਰਾ ਸਮਝ ਕੇ ਸਾਡੇ ਤੇ ਦੋਸ਼ ਲਾਉਣ ਲੱਗੇ। ਭਾਂਤ ਭਾਂਤ ਦੀਆਂ ਗੱਲਾਂ ਕਰਕੇ ਸਾਰੇ ਸੌਂ ਗਏ, ਪਰ ਮੈਂ ਸਾਰੀ ਰਾਤ ਜਾਗਦੀ ਰਹੀ। ਪਤਾ ਨਹੀਂ ਮੇਰੇ ਮਨ ਵਿੱਚ ਕੀ ਕੀ ਵਿਚਾਰ ਚੱਲ ਰਹੇ ਸਨ। ਮੇਰੀ ਨੀਂਦ ਉੱਡ ਗਈ ਸੀ ਅਤੇ ਬਸ ਇਹੀ ਸੋਚ ਰਹੀ ਸੀ ਕਿ ਮੇਰੀ ਭੈਣ ਇਸ ਭੀੜ ਭੜੱਕੇ ਵਾਲੀ ਦੁਨੀਆ ਵਿੱਚ ਇਕੱਲੀ ਕਿੱਥੇ ਜਾਵੇਗੀ। ਮੇਰੀ ਸੱਸ ਤਾਂ ਸਾਰਾ ਦਿਨ ਮਹਿੰਗਾਈ ਦਾ ਰੋਣਾ ਹੀ ਰੋਂਦੀ ਰਹਿੰਦੀ ਸੀ ਅਤੇ ਹੁਣ ਉਸ ਨੂੰ ਇੱਕ ਨਵੀਂ ਗੱਲ ਮਿਲ ਗਈ ਸੀ। ਉਹ ਮੇਰੇ ਨਣਦੋਈ ਵਾਲੀ ਗੱਲ ਤੇ ਮੈਨੂੰ ਬਾਰ-ਬਾਰ ਤਾਨੇ ਮਾਰੇਗੀ ਅਤੇ ਮੈਨੂੰ ਮੇਰੀ ਭੈਣ ਨੂੰ ਘਰੋਂ ਬਾਹਰ ਕੱਢਣ ਲਈ ਕਹੇਗੀ। ਸਾਰੀ ਰਾਤ ਇਹ ਸੋਚਦੀ ਰਹੀ। ਸਵੇਰੇ 5 ਵਜੇ ਮੇਰੀ ਅੱਖ ਲੱਗ ਗਈ। ਫਿਰ ਮੇਰੇ ਪਤੀ ਨੇ ਮੈਨੂੰ ਉਠਾ ਦਿੱਤਾ, ਕਹਿਣ ਲੱਗੇ ਕਿ ਮੇਰੇ ਲਈ ਨਾਸ਼ਤਾ ਬਣਾ ਦਿਓ। ਜਦੋਂ ਮੈਂ ਰਸੋਈ ਵਿੱਚ ਆਈ ਤਾਂ ਮੇਰੀ ਭੈਣ ਨਾਸ਼ਤਾ ਬਣਾ ਰਹੀ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਸ ਦੇ ਚਿਹਰੇ ਨੂੰ ਦੇਖ ਕੇ ਮੈਂ ਅੰਦਾਜ਼ਾ ਲਗਾ ਸਕਦੀ ਸੀ ਕਿ ਉਹ ਵੀ ਪੂਰੀ ਰਾਤ ਨਹੀਂ ਸੁੱਤੀ ਹੋਵੇਗੀ। ਮੈਨੂੰ ਦੇਖ ਕੇ ਉਸਨੇ ਆਪਣੇ ਚਿਹਰੇ ਤੇ ਨਕਲੀ ਮੁਸਕਰਾਹਟ ਲੈ ਆਂਦੀ। ਮੈਂ ਬਹੁਤ ਦੁਖੀ ਹੋ ਗਈ। ਮੈਂ ਉਸ ਲਈ ਕੁਝ ਨਹੀਂ ਕਰ ਸਕੀ। ਜਦੋਂ ਮੇਰੀ ਨਣਦ ਸੌਂ ਕੇ ਉੱਠੀ ਤਾਂ ਉਸ ਨੇ ਸਾਡੇ ਨਾਲ ਨਾਰਮਲ ਤਰੀਕੇ ਨਾਲ ਗੱਲ ਕੀਤੀ, ਜਿਵੇਂ ਰਾਤ ਨੂੰ ਕੁਝ ਹੋਇਆ ਹੀ ਨਾ ਹੋਵੇ, ਅਤੇ ਨਾਸ਼ਤਾ ਕਰਕੇ ਉਹ ਘਰ ਜਾਣ
ਜਾਣ ਦੀ ਤਿਆਰੀ ਕਰਨ ਲੱਗੀ। ਉਸ ਨੂੰ ਇੰਨੀ ਜਲਦੀ ਵਾਪਸ ਜਾਂਦੇ ਦੇਖ ਕੇ ਮੇਰੀ ਸੱਸ ਨੂੰ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਸਾਡੀ ਦੋਹਾਂ ਭੈਣਾਂ ਦੀ ਚੰਗੀ ਕਲਾਸ ਲਾਈ। ਇਹ ਤੁਹਾਡੀ ਭੈਣ ਕਰਕੇ ਹੀ ਉਹ ਇੰਨੀ ਜਲਦੀ ਵਾਪਸ ਜਾ ਰਹੀ ਹੈ, ਨਹੀਂ ਤਾਂ ਉਹ ਆਪਣੇ ਘਰੋਂ ਕੁਝ ਦਿਨ ਲਈ ਇੱਥੇ ਰਹਿਣ ਆਈ ਸੀ। ਮੇਰਾ ਵੀ ਇਹ ਖਿਆਲ ਸੀ ਕਿ ਉਹ ਇੱਥੇ ਸਿਰਫ ਕੁਝ ਦਿਨ ਠਹਿਰਨ ਲਈ ਆਈ ਸੀ, ਪਰ ਇਹ ਵੀ ਸੱਚ ਸੀ ਕਿ ਉਹ ਮੇਰੀ ਭੈਣ ਕਰਕੇ ਨਹੀਂ ਸਗੋਂ ਆਪਣੇ ਪਤੀ ਕਾਰਨ ਇੱਥੋਂ ਛੇਤੀ ਚਲੀ ਗਈ ਸੀ, ਕਿਉਂਕਿ ਉਸ ਨੇ ਆਪਣੇ ਪਤੀ ਦੀਆਂ ਹਰਕਤਾਂ ਦਾ ਪਹਿਲਾਂ ਤੋਂ ਹੀ ਪਤਾ ਸੀ। ਜਾਂਦੇ ਸਮੇਂ ਉਸ ਨੇ ਮੇਰੇ ਤੋਂ ਮਾਫੀ ਵੀ ਮੰਗੀ, ਪਰ ਮੈਂ ਇਹ ਗੱਲ ਘਰ ਕਿਸੇ ਨੂੰ ਨਹੀਂ ਦੱਸ ਸਕਦੀ ਸੀ। ਜੇ ਮੈਂ ਘਰ ਵਿੱਚ ਇਹ ਗੱਲ ਕਹੀ ਹੁੰਦੀ ਤਾਂ ਨਵਾਂ ਹੰਗਾਮਾ ਸ਼ੁਰੂ ਹੋ ਜਾਣਾ ਸੀ। ਮੈਂ ਮਾਨਸਿਕ ਤੌਰ ਤੇ ਬਹੁਤ ਥੱਕ ਗਈ ਸੀ। ਮੈਨੂੰ ਸ਼ਾਂਤੀ ਦੀ ਲੋੜ ਸੀ। ਮੈਨੂੰ ਇੰਜ ਲੱਗਦਾ ਸੀ ਕਿ ਮੈਂ ਇੱਥੋਂ ਬਹੁਤ ਦੂਰ ਚਲੀ ਜਾਵਾਂ, ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ, ਜਿੱਥੇ ਮੈਨੂੰ ਕੋਈ ਪਰੇਸ਼ਾਨ ਨਾ ਕਰੇ ਅਤੇ ਮੈਂ ਉੱਥੇ ਬਹੁਤ ਸਾਰਾ ਸਮਾਂ ਬਿਤਾ ਸਕਾਂ। ਅੱਜ ਮੈਨੂੰ ਆਪਣੇ ਸਾਰੇ ਦੁੱਖ ਦਰਦ ਬਾਹਰ ਕੱਢਣੇ ਚਾਹੀਦੇ ਹਨ ਅਤੇ ਇੱਥੇ ਮੈਨੂੰ ਰੋਣ ਦਾ ਬਹਾਨਾ ਚਾਹੀਦਾ ਸੀ, ਕਿਉਂਕਿ ਮੇਰੀ ਸੱਸ ਨੂੰ ਮੇਰਾ ਅਤੇ ਮੇਰੀਆਂ ਧੀਆਂ ਦਾ ਰੋਣਾ ਪਸੰਦ ਨਹੀਂ ਸੀ। ਜੇ ਉਹ ਮੈਨੂੰ ਰੋਂਦਿਆਂ ਦੇਖ ਵੀ ਲੈਂਦੀ ਸੀ ਤਾਂ ਵੀ ਮੈਨੂੰ ਕਈ ਗੱਲਾਂ ਕਹਿ ਦਿੰਦੀ ਸੀ ਕਿ ਤੁਸੀਂ ਸਾਡੇ ਘਰ ਦੁੱਖ ਫੈਲਾਇਆ ਹੋਇਆ ਹੈ, ਤੁਸੀਂ ਚਾਹੁੰਦੇ ਹੋ ਕਿ ਇਸ ਘਰ ਵਿੱਚ ਖੁਸ਼ੀਆਂ ਕਦੇ ਵਾਪਸ ਨਾ ਆਉਣ, ਇਸ ਲਈ ਤੁਸੀਂ ਹਮੇਸ਼ਾ ਦੁੱਖ ਫੈਲਾਉਂਦੇ ਰਹਿੰਦੇ ਹੋ। ਮੈਂ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਬਹਾਏ ਅਤੇ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਸਾਫ਼ ਕਰਦੀ ਸੀ। ਦਿਨ ਇਸ ਤਰ੍ਹਾਂ ਹੌਲੀ-ਹੌਲੀ ਲੰਘਦੇ ਗਏ। ਇੱਕ ਅਜੀਬ ਕਿਸਮ ਦੀ ਉਦਾਸੀ ਸੀ ਜਿਸ ਨੇ ਮੇਰੀ ਸਾਰੀ ਦੁਨੀਆ ਨੂੰ ਤਬਾਹ ਕਰ ਦਿੱਤਾ ਸੀ। ਉਹ ਦਿਨ ਵੀ ਕਿਸੇ ਹੋਰ ਦਿਨ ਵਾਂਗ ਸੀ। ਜਦੋਂ ਮੇਰੀ ਭੈਣ ਮੇਰੇ ਕੋਲ ਆਈ ਤਾਂ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਹੋਵੇ, ਪਰ ਕਹਿਣ ਤੋਂ ਅਸਮਰਥ ਸੀ। ਮੈਂ ਸਮਝ ਗਈ ਸੀ ਕਿ ਉਹ ਇੱਥੋਂ ਜਾਣ ਦੀ ਗੱਲ ਜ਼ਰੂਰ ਕਰੇਗੀ, ਪਰ ਉਹ ਇਹ ਵੀ ਜਾਣਦੀ ਸੀ ਕਿ ਕੁਝ ਸਮਾਂ ਲੱਗੇਗਾ ਅਤੇ ਫਿਰ ਮੈਂ ਉਸ ਲਈ ਸਹੀ ਰਿਸ਼ਤਾ ਲੱਭ ਕੇ ਉਸ ਦਾ ਵਿਆਹ ਕਰ ਦੇਵਾਂਗੀ। ਪਰ ਕਿਸੇ ਵੀ ਹਾਲ ਵਿੱਚ ਮੈਂ ਉਸ ਨੂੰ ਮਾਮਾ ਜੀ ਦੇ ਘਰ ਨਹੀਂ ਭੇਜ ਸਕਦੀ ਸੀ, ਕਿਉਂਕਿ ਮੈਂ ਮਾਮੀ ਦੁਆਰਾ ਕੀਤੇ ਅਤਿਆਚਾਰਾਂ ਨੂੰ ਦੇਖਿਆ ਸੀ। ਜਦੋਂ ਮੈਂ ਨੀਤੂ ਨੂੰ ਪੁੱਛਿਆ ਕਿ ਕੀ ਗੱਲ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਦੋਂ ਮੈਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਵੇਖੇ ਤਾਂ ਮੇਰਾ ਦਿਲ ਦੁਖੀ ਹੋ ਗਿਆ। ਮੈਂ ਉਸ ਦੇ ਹੰਝੂ ਸਾਫ਼ ਕਰਨ ਲੱਗੀ ਅਤੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਹ ਇਹਨਾਂ ਹੰਝੂਆਂ ਦੀ ਮਦਦ ਨਾਲ ਆਪਣਾ ਸਾਰਾ ਦੁੱਖ ਬਹਾਵੇ। ਕਾਫੀ ਦੇਰ ਬਾਅਦ ਉਸ ਨੇ ਸ਼ਾਂਤ ਹੋ ਕੇ ਮੈਨੂੰ ਕਿਹਾ, ਤੇਰਾ ਸਹੁਰਾ। ਹਜੇ ਉਸ ਦੀ ਗੱਲ ਪੂਰੀ ਨਹੀਂ ਹੋਈ ਸੀ, ਉੱਪਰੋਂ ਮੇਰੀ ਸੱਸ ਦੀ ਆਵਾਜ਼ ਆਈ। ਉਸ ਨੇ ਮੈਨੂੰ ਜਲਦੀ ਖਾਣਾ ਤਿਆਰ ਕਰਨ ਲਈ ਕਿਹਾ। ਘਰ 'ਚ ਕੁਝ ਮਹਿਮਾਨ ਆ ਰਹੇ ਹਨ। ਇਸ ਤੋਂ ਬਾਅਦ ਮੈਂ ਕਮਰੇ 'ਚੋਂ ਬਾਹਰ ਆ ਗਈ। ਮੈਨੂੰ ਨਹੀਂ ਪਤਾ ਕਿ ਉਸ ਨੇ ਮੇਰੀ ਭੈਣ ਨੂੰ ਕੀ ਕਿਹਾ ਸੀ, ਕਿਉਂਕਿ ਮੈਂ ਉਸ ਨੂੰ ਗੱਲ ਕਰਦਿਆਂ ਸੁਣਿਆ ਸੀ, ਪਰ ਸਮਝ ਨਹੀਂ ਸਕੀ ਕਿ ਉਹ ਕੀ ਕਹਿ ਰਹੀ ਸੀ। ਅਤੇ ਜਦੋਂ ਮੈਂ ਆਪਣੀ ਭੈਣ ਨੂੰ ਦੁਬਾਰਾ ਪੁੱਛਿਆ ਤਾਂ ਉਸਨੇ ਕੁਝ ਨਾ ਕਹਿ ਕੇ ਮੈਨੂੰ ਟਾਲ ਦਿੱਤਾ। ਪਰ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੈਨੂੰ ਦੱਸ ਵੀ ਰਹੀ ਸੀ। ਮੈਂ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ, ਇਸ ਲਈ ਮੈਂ ਉਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਂ ਮਹਿਸੂਸ ਕੀਤਾ ਕਿ ਉਹ ਬਹੁਤ ਚਿੰਤਤ ਸੀ ਅਤੇ ਹਮੇਸ਼ਾ ਡਰੀ ਸੀ ਰਹਿੰਦੀ ਸੀ। ਮੈਂ ਉਸ ਨੂੰ ਕਈ ਵਾਰ ਪੁੱਛਿਆ, ਜੋ ਵੀ ਹੈ ਤੁਸੀਂ ਮੈਨੂੰ ਦੱਸੋ, ਪਰ ਮੈਨੂੰ ਲੱਗਾ ਜਿਵੇਂ ਉਹ ਮੈਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਕਹਿਣਾ ਦੇ ਯੋਗ ਨਹੀਂ ਸੀ। ਜਦੋਂ ਵੀ ਮੈਂ ਆਪਣੀ ਭੈਣ ਕੋਲ ਇਕੱਲੀ ਬੈਠਦੀ ਸੀ ਤਾਂ ਮੇਰੀ ਸੱਸ ਅਚਾਨਕ ਆ ਜਾਂਦੀ। ਉਸ ਦਾ ਵਤੀਰਾ ਮੈਨੂੰ ਬਹੁਤ ਹੈਰਾਨ ਕਰਨ ਵਾਲਾ ਸੀ। ਮੈਨੂੰ ਲੱਗਣ ਲੱਗਾ ਸੀ ਕਿ ਉਹ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੀ ਭੈਣ ਨਾਲ ਇਕੱਲਾ ਸਮਾਂ ਬਿਤਾਵਾਂ ਅਤੇ ਉਸ ਨਾਲ ਗੱਲ ਕਰਾਂ, ਪਰ ਉਹ ਅਜਿਹਾ ਕਿਉਂ ਕਰ ਰਹੀ ਸੀ। ਮੈਂ ਸੋਚਿਆ ਕਿ ਸ਼ਾਇਦ ਉਸ ਦੇ ਮਨ ਵਿੱਚ ਇਹ ਭੁਲੇਖਾ ਹੈ ਕਿ ਅਸੀਂ ਦੋਵੇਂ ਭੈਣਾਂ ਉਸ ਬਾਰੇ ਬੁਰਾ ਬੋਲ ਰਹੀਆਂ ਹਾਂ, ਇਸ ਲਈ ਉਹ ਨਹੀਂ ਚਾਹੁੰਦੀ ਕਿ ਅਸੀਂ ਭੈਣਾਂ ਇਕੱਲੇ ਬੈਠ ਕੇ ਗੱਲਾਂ ਕਰੀਏ। ਇਸ ਸਮੇਂ ਜੋ ਵੀ ਹੋਇਆ, ਮੈਂ ਆਪਣੀ ਭੈਣ ਕਰਕੇ ਬਹੁਤ ਚਿੰਤਤ ਸੀ। ਇਸ ਲਈ ਮੈਂ ਆਂਢ ਗੁਆਂਢ ਦੀਆਂ ਔਰਤਾਂ ਨੂੰ ਉਸ ਦੇ ਰਿਸ਼ਤੇ ਬਾਰੇ ਪੁੱਛਿਆ ਸੀ ਕਿ ਉਹ ਮੈਨੂੰ ਅਜੇ ਰਿਸ਼ਤੇ ਬਾਰੇ ਦੱਸਣ ਜੋ ਮੇਰੀ ਭੈਣ ਦਾ ਵਿਆਹ ਸਾਦਗੀ ਨਾਲ ਕਰ ਸਕਾਂ ਅਤੇ ਜੋ ਦਾਜ ਦਾ ਲਾਲਚੀ ਨਾ ਹੋਵੇ। ਗੁਆਂਢ ਵਿੱਚ ਰਹਿਣ ਵਾਲੀ ਇੱਕ ਆਂਟੀ ਬਹੁਤ ਚੰਗੀ ਸੀ। ਉਹ ਮੈਨੂੰ ਬਿਲਕੁਲ ਆਪਣੀ ਧੀ ਵਾਂਗ ਪਿਆਰ ਕਰਦੀ ਸੀ। ਉਸ ਨੇ ਮੈਨੂੰ ਦੱਸਿਆ ਕਿ ਉਹ ਯਕੀਨੀ ਤੌਰ ਤੇ ਮੇਰੀ ਭੈਣ ਲਈ ਇੱਕ ਵਧੀਆ ਲੜਕਾ ਲੱਭੇਗੀ। ਉਸ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਰਾਹਤ ਮਹਿਸੂਸ ਹੋਈ। ਉਸ ਦਿਨ ਜਦੋਂ ਮੈਂ ਰੋਜ਼ਾਨਾ ਵਾਂਗ ਸਵੇਰੇ ਉੱਠੀ, ਮੈਨੂੰ ਬਾਹਰੋਂ ਅਜੀਬ ਜਿਹੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਈ ਤਾਂ ਇਹ ਨਜ਼ਾਰਾ ਦੇਖਿਆ। ਮੇਰੀ ਸੱਸ ਮੇਰੀ ਭੈਣ ਦੀ ਬਾਂਹ ਫੜ ਕੇ ਉਸ ਤੇ ਬੁਰੀ ਤਰ੍ਹਾਂ ਚਲਾ ਰਹੀ ਸੀ ਤੇ ਦੂਜੇ ਪਾਸੇ ਮੇਰਾ ਸਹੁਰਾ ਖੜਾ ਸੀ। ਮੈਂ ਝੱਟ ਉਸ ਦੇ ਕੋਲ ਗਈ ਅਤੇ ਆਪਣੀ ਭੈਣ ਦੀ ਬਾਂਹ ਉਸ ਦੇ ਹੱਥ ਤੋਂ ਛੁਡਵਾ ਲਈ ਅਤੇ ਉਸ ਨੂੰ ਪੁੱਛਿਆ, ਮੰਮੀ ਕੀ ਹੋਇਆ?
ਤੁਸੀਂ ਸਵੇਰੇ ਸਵੇਰੇ ਇੰਨਾ ਹੰਗਾਮਾ ਕਿਉਂ ਕਰ ਰਹੇ ਹੋ? ਪਤਾ ਨਹੀਂ ਗੁੱਸੇ ਵਿੱਚ ਅਚਾਨਕ ਮੇਰੀ ਆਵਾਜ਼ ਇੰਨੀ ਉੱਚੀ ਕਿਵੇਂ ਹੋ ਗਈ। ਨਹੀਂ ਤਾਂ ਮੈਂ ਹਮੇਸ਼ਾ ਆਪਣੀ ਸੱਸ ਨਾਲ ਧੀਮੀ ਆਵਾਜ਼ ਵਿੱਚ ਗੱਲ ਕਰਦੀ ਸੀ, ਭਾਵੇਂ ਉਹ ਮੇਰੇ ਤੇ ਕਿੰਨੇ ਵੀ ਗੁੱਸੇ ਕਿਉਂ ਨਾ ਹੁੰਦੀ। ਮੈਂ ਉਹਨਾਂ ਨੂੰ ਕਦੇ ਜਵਾਬ ਨਹੀਂ ਦਿੰਦੀ ਸੀ, ਪਰ ਅੱਜ ਹੱਦ ਹੀ ਹੋ ਗਈ ਸੀ। ਉਸਨੇ ਮੈਨੂੰ ਕਿਹਾ ਕਿ ਅੱਜ ਮੈਂ ਤੈਨੂੰ ਤੇਰੀ ਭੈਣ ਦੀ ਕਰਤੂਤ ਦਿਖਾਵਾਂਗੀ। ਉਹ ਮੈਨੂੰ ਫੜ ਕੇ ਆਪਣੇ ਪਤੀ ਦੇ ਬਿਸਤਰੇ ਤੇ ਲੈ ਗਈ ਅਤੇ ਜਦੋਂ ਉਸਨੇ ਸਿਰਹਾਣਾ ਹਟਾਇਆ ਤਾਂ ਉਸ ਦੇ ਹੇਠਾਂ ਮੇਰੀ ਭੈਣ ਦੀਆਂ ਚੂੜੀਆਂ ਅਤੇ ਉਸ ਦੀ ਵਰਤੋਂ ਦੀਆਂ ਕੁਝ ਚੀਜ਼ਾਂ ਪਈਆਂ ਸਨ। ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ ਅਤੇ ਉਹਨਾਂ ਨੂੰ ਪੁੱਛਣ ਲੱਗੀ ਕਿ ਇਹ ਸਭ ਕੀ ਹੈ ਅਤੇ ਇੱਥੇ ਕਿਵੇਂ ਆਇਆ। ਮੇਰੀ ਸੱਸ ਕਹਿਣ ਲੱਗੀ ਕਿ ਤੂੰ ਆਪਣੀ ਭੈਣ ਤੋਂ ਹੀ ਇਹ ਗੱਲ ਪੁੱਛ ਲਵੀਂ। ਇਸ ਤੋਂ ਪਹਿਲਾਂ ਉਹ ਮੇਰੇ ਜਵਾਈ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਨਾਕਾਮ ਰਹਿਣ ਤੇ ਉਸਨੇ ਮੇਰੇ ਪਤੀ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅਜਿਹੀ ਗੰਦੀ ਕੁੜੀ ਨੂੰ ਇੱਕ ਪਲ ਲਈ ਵੀ ਆਪਣੇ ਘਰ ਨਹੀਂ ਰਹਿਣ ਦੇ ਸਕਦੀ। ਅਸੀਂ ਇਸ ਬੱਚੀ ਨੂੰ ਅਨਾਥ ਸਮਝਦੇ ਹੋਏ ਇਸ ਦੀ ਮਦਦ ਕੀਤੀ ਅਤੇ ਆਪਣੇ ਘਰ ਵਿੱਚ ਉਸ ਨੂੰ ਸਹਾਰਾ ਦਿੱਤਾ, ਪਰ ਇਹ ਕੁੜੀ ਸਾਡੇ ਹੀ ਘਰ ਦੇ ਬੰਦਿਆਂ ਨੂੰ ਲਵਾਉਂਦੀ ਹੈ। ਤੁਸੀਂ ਆਪਣੀ ਭੈਣ ਨੂੰ ਇੱਥੋਂ ਬਾਹਰ ਕੱਢੋ, ਨਹੀਂ ਤਾਂ ਮੈਂ ਤੈਨੂੰ ਵੀ ਇਸ ਦੇ ਨਾਲ ਹੀ ਧੱਕੇ ਦੇ ਕੇ ਬਾਹਰ ਕੱਢ ਦਿਆਂਗੀ। ਜਿੱਥੇ ਮਰਜ਼ੀ ਜਾਓ ਜਾਂ ਇੱਥੋਂ ਨਿਕਲ ਜਾਓ ਅਤੇ ਆਪਣੀਆਂ ਧੀਆਂ ਨੂੰ ਵੀ ਨਾਲ ਹੀ ਲੈ ਜਾਓ। ਇਹ ਸਭ ਕੁਝ ਹੋ ਰਿਹਾ ਸੀ, ਪਰ ਮੇਰਾ ਪਤੀ ਅਤੇ ਸਹੁਰਾ ਚੁੱਪਚਾਪ ਖੜੇ ਇਹ ਸਾਰੀ ਘਟਨਾ ਦੇਖ ਰਹੇ ਸਨ। ਮੈਂ ਆਪਣੇ ਸਹੁਰੇ ਕੋਲ ਗਈ ਅਤੇ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਦੱਸੋ ਕੀ ਹੋਇਆ, ਪਰ ਉਹ ਮੇਰੀਆਂ ਨਜ਼ਰਾਂ ਤੋਂ ਬਚ ਕੇ ਘਰੋਂ ਬਾਹਰ ਚਲੇ ਗਏ। ਪਰ ਮੇਰੀ ਸੱਸ ਨੇ ਬਹੁਤ ਹੰਗਾਮਾ ਕੀਤਾ ਸੀ। ਆਂਢ ਗੁਆਂਢ ਦੇ ਸਾਰੇ ਲੋਕ ਘਰ ਆ ਕੇ ਉਹਨਾਂ ਦਾ ਡਰਾਮਾ ਦੇਖ ਰਹੇ ਸੀ। ਉੱਥੇ ਮੌਜੂਦ ਹਰ ਕੋਈ ਸਾਡੀ ਦੋਹਾਂ ਭੈਣਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਮੇਰੀ ਸੱਸ ਨੂੰ ਵੀ। ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਸੀ ਸਿਵਾਏ ਕਿ ਮੈਂ ਆਪਣੀ ਭੈਣ ਨੂੰ ਇਸ ਘਰੋਂ ਵਿਦਾ ਕਰ ਦੇਵਾਂ, ਪਰ ਮੈਂ ਸੋਚ ਰਹੀ ਸੀ ਕਿ ਉਸ ਨੂੰ ਕਿੱਥੇ ਭੇਜਾਂ, ਕਿਉਂਕਿ ਸਾਡਾ ਆਪਣਾ ਕੋਈ ਨਹੀਂ ਸੀ, ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ। ਫਿਰ ਗੁਆਂਢ ਦੀ ਉਹੀ ਆਂਟੀ ਜਿਸ ਤੋਂ ਮੈਂ ਰਿਸ਼ਤਾ ਮੰਗਿਆ ਸੀ ਮੇਰੀ ਮਦਦ ਲਈ ਅੱਗੇ ਆਈ। ਉਸਨੇ ਮੈਨੂੰ ਕਿਹਾ ਕਿ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਤੁਸੀਂ ਆਪਣੀ ਭੈਣ ਨੂੰ ਇਸ ਘਰ ਵਿੱਚ ਰੱਖਣਾ ਚਾਹੋਗੇ। ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਉਸ ਨੂੰ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ, ਮੈਂ ਕੀ ਕਰਾਂ, ਤੁਸੀਂ ਮੈਨੂੰ ਦੱਸੋ, ਮੈਨੂੰ ਕੋਈ ਰਾਸਤਾ ਨਹੀਂ ਦਿਸਦਾ, ਮੈਂ ਆਪਣੀ ਭੈਣ ਨੂੰ ਕਿੱਥੇ ਭੇਜਾਂ। ਉਸਨੇ ਕਿਹਾ ਚਿੰਤਾ ਨਾ ਕਰੋ, ਉਸ ਨੂੰ ਮੇਰੇ ਨਾਲ ਭੇਜੋ, ਮੈਂ ਉਸ ਦੇ ਰਹਿਣ ਦਾ ਇੰਤਜ਼ਾਮ ਕਰ ਦਿਆਂਗੀ ਅਤੇ ਤੁਹਾਨੂੰ ਇਸ ਬਾਰੇ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਮੈਂ ਇਸ ਦਾ ਬਹੁਤ ਧਿਆਨ ਰੱਖਾਂਗੀ। ਮੈਂ ਉਹਨਾਂ ਤੇ ਭਰੋਸਾ ਕੀਤਾ ਅਤੇ ਆਪਣੀ ਭੈਣ ਨੂੰ ਉਹਨਾਂ ਦੇ ਨਾਲ ਭੇਜ ਦਿੱਤਾ। ਅਜਿਹਾ ਨਹੀਂ ਸੀ ਕਿ ਮੈਨੂੰ ਆਂਟੀ ਤੇ ਭਰੋਸਾ ਨਹੀਂ ਸੀ, ਪਰ ਇਹ ਵੀ ਨਹੀਂ ਸੀ ਕਿ ਮੈਂ ਆਪਣੀ ਸੱਸ ਤੇ ਯਕੀਨ ਕਰ ਲਿਆ ਸੀ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਉਸ ਦਾ ਸਮਾਨ ਪਹਿਲਾਂ ਹੀ ਮੇਰੇ ਸਹੁਰੇ ਦੇ ਮੰਜੇ ਤੇ ਕਿਵੇਂ ਪਿਆ ਸੀ ਅਤੇ ਮੇਰੇ ਸਹੁਰੇ ਨੇ ਕਿਹਾ ਸੀ ਕਿ ਮੇਰੀ ਭੈਣ ਉਸ ਕੋਲ ਗਈ ਸੀ ਅਤੇ ਉਸਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਸੀ ਕਿ ਉਹ ਉਸ ਦੀ ਧੀ ਵਰਗੀ ਹੈ। ਮੇਰੇ ਸਹੁਰੇ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਨੂੰ ਉਸ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ, ਕਿਉਂਕਿ ਉਹ ਕਿਸੇ ਦੀ ਗੱਲ ਵਿੱਚ ਨਹੀਂ ਬੋਲਦੇ ਸੀ। ਉਹ ਆਪਣੇ ਕੰਮ ਤੱਕ ਮਤਲਬ ਰੱਖਦੇ ਸਨ ਅਤੇ ਇੱਕ ਬਹੁਤ ਵਧੀਆ ਵਿਅਕਤੀ ਸੀ, ਪਰ ਉਹ ਹੁਣ ਇਹ ਸਭ ਕਿਉਂ ਕਰ ਰਹੇ ਸੀ? ਇਹ ਸਭ ਸੋਚ ਕੇ ਮੈਂ ਉਲਝਣ ਵਿੱਚ ਪੈ ਰਹੀ ਸੀ। ਕੁਝ ਦਿਨਾਂ ਬਾਅਦ ਮੈਂ ਦੇਖਿਆ ਕਿ ਮੇਰੀ ਭੈਣ ਜਿਸ ਦਿਨ ਤੋਂ ਇੱਥੋਂ ਚਲੀ ਗਈ ਸੀ ਉਦੋਂ ਤੋਂ ਮੇਰੀ ਸੱਸ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਮੇਰੀ ਭੈਣ ਇੱਥੇ ਇੱਕ ਬੋਝ ਬਣ ਕੇ ਰਹਿ ਰਹੀ ਸੀ ਅਤੇ ਜਦੋਂ ਉਹ ਬੋਝ ਉਸ ਤੋਂ ਹਟ ਗਿਆ ਤਾਂ ਉਹ ਬਹੁਤ ਸਕੂਨ ਮਹਿਸੂਸ ਕਰਨ ਲੱਗੀ। ਅਤੇ ਫਿਰ ਕੁਝ ਦਿਨਾਂ ਬਾਅਦ ਮੇਰੀ ਨਣਦ ਆਪਣੇ ਬੱਚਿਆਂ ਨਾਲ ਰੋਂਦੀ ਹੋਈ ਇੱਥੇ ਆ ਗਈ। ਉਸ ਨੇ ਅਚਾਨਕ ਘਰ ਆਉਣ ਅਤੇ ਉਸ ਦੇ ਇੰਨੇ ਰੋਣ ਤੇ ਹਰ ਕੋਈ ਪਰੇਸ਼ਾਨ ਹੋ ਗਿਆ ਅਤੇ ਜਦੋਂ ਮੇਰੇ ਪਰਿਵਾਰਕ ਮੈਂਬਰਾਂ ਨੂੰ ਉਸ ਨੇ ਖਬਰ ਸੁਣਾਈ ਤਾਂ ਸਾਰੇ ਹੈਰਾਨ ਰਹਿ ਗਏ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ ਹੈ ਅਤੇ ਹੁਣ ਉਹ ਕਦੇ ਵੀ ਆਪਣੇ ਪਤੀ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ। ਇਹ ਸੁਣ ਕੇ ਮੇਰੀ ਸੱਸ ਬੇਹੋਸ਼ ਹੋ ਗਈ। ਹਰ ਕੋਈ ਬਹੁਤ ਚਿੰਤਤ ਨਜ਼ਰ ਆ ਰਿਹਾ ਸੀ, ਪਰ ਸਭ ਤੋਂ ਮਾੜੀ ਹਾਲਤ ਮੇਰੀ ਨਣਦ ਦੀ ਸੀ। ਉਸ ਨੂੰ ਨਾ ਤਾਂ ਖਾਣ ਦਾ ਹੋਸ਼ ਸੀ ਤੇ ਨਾ ਹੀ ਕਿਸੇ ਹੋਰ ਚੀਜ਼ ਦਾ। ਮੈਂ ਪਹਿਲਾਂ ਹੀ ਆਪਣੀ ਭੈਣ ਕਰਕੇ ਬਹੁਤ ਚਿੰਤਤ ਸੀ, ਕਿਉਂਕਿ ਇੰਨੇ ਦਿਨ ਬੀਤ ਚੁੱਕੇ ਸਨ, ਮੈਂ ਉਸ ਨੂੰ ਮਿਲਣ ਵੀ ਨਹੀਂ ਜਾ ਸਕਦੀ ਸੀ। ਜਦੋਂ ਮੈਂ ਆਂਟੀ ਦੇ ਘਰ ਗਈ ਤਾਂ ਉਸ ਨੇ ਦੱਸਿਆ ਕਿ ਉਹ ਮੇਰੀ ਭੈਣ ਦਾ ਵਿਆਹ ਕਰਵਾ ਰਹੀ ਹੈ। ਲੜਕਾ ਉਸ ਦਾ ਭਤੀਜਾ ਹੈ ਜਿਸ ਦੀ ਪਹਿਲੀ ਪਤਨੀ ਮਰ ਚੁੱਕੀ ਹੈ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਆਂਟੀ ਨੂੰ ਕਿਹਾ ਕਿ ਮੈਂ ਉਸ ਲੜਕੇ ਨੂੰ ਇੱਕ ਵਾਰ ਮਿਲਣਾ ਚਾਹੁੰਦੀ ਹਾਂ। ਆਂਟੀ ਨੇ ਮੈਨੂੰ ਕਿਹਾ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ ਸਹੀ ਹੈ,
ਤੁਸੀਂ ਇਸ ਲੜਕੇ ਨੂੰ ਜ਼ਰੂਰ ਮਿਲ ਸਕਦੇ ਹੋ, ਪਰ ਜਦੋਂ ਮੈਂ ਉਸ ਲੜਕੇ ਨੂੰ ਬੁਲਾਵਾਂਗੀ ਤਾਂ ਮੈਂ ਤੁਹਾਨੂੰ ਵੀ ਇੱਥੇ ਬੁਲਾ ਲਵਾਂਗੀ। ਮੈਂ ਨੀਤੂ ਨੂੰ ਆਪਣੀ ਅਸਲੀ ਧੀ ਵਾਂਗ ਹੀ ਸਮਝਿਆ ਹੈ। ਮੈਂ ਤੁਹਾਨੂੰ ਦੋਨਾਂ ਭੈਣਾਂ ਨੂੰ ਉਸੇ ਤਰ੍ਹਾਂ ਸਮਝਦੀ ਹਾਂ ਜਿਵੇਂ ਮੈਂ ਆਪਣੀਆਂ ਧੀਆਂ ਨੂੰ ਸਮਝਦੀ ਹਾਂ। ਆਂਟੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਸੱਚ ਹੈ ਕਿ ਜੇਕਰ ਕੋਈ ਮੁਸੀਬਤ ਵੇਲੇ ਕੰਮ ਆਉਂਦਾ ਹੈ ਤਾਂ ਉਹ ਇਨਸਾਨ ਦੁਨੀਆ ਦਾ ਸਭ ਤੋਂ ਵਧੀਆ ਇਨਸਾਨ ਲੱਗਦਾ ਹੈ, ਅਤੇ ਇਸ ਸਮੇਂ ਆਂਟੀ ਮੈਨੂੰ ਇਸ ਦੁਨੀਆ ਦਾ ਸਭ ਤੋਂ ਵਧੀਆ ਇਨਸਾਨ ਲੱਗਦੀ ਸੀ। ਉਸ ਨਾਲ ਭਾਵੇਂ ਮੇਰਾ ਕੋਈ ਖੂਨ ਦਾ ਰਿਸ਼ਤਾ ਨਹੀਂ ਸੀ, ਬਸ ਇਨਸਾਨੀਅਤ ਅਤੇ ਭਾਵਨਾਵਾਂ ਦਾ ਰਿਸ਼ਤਾ ਸੀ, ਅਤੇ ਉਸਨੇ ਮੈਨੂੰ ਇਸ ਦਾ ਅਹਿਸਾਸ ਕਰਵਾਇਆ। ਇਹ ਚੰਗੇ ਲੋਕ ਅਜੇ ਦੁਨੀਆ ਤੋਂ ਖਤਮ ਨਹੀਂ ਹੋਏ, ਅਜੇ ਬੰਦਿਆਂ ਕਰਕੇ ਹੀ ਇਹ ਦੁਨੀਆ ਚੱਲ ਰਹੀ ਹੈ। ਜਦੋਂ ਮੈਂ ਖੁਸ਼ੀ-ਖੁਸ਼ੀ ਘਰ ਪਰਤੀ, ਆਪਣੇ ਕਮਰੇ ਵਿੱਚ ਜਾਂਦੇ ਹੋਏ ਮੈਂ ਆਪਣੀ ਨਣਦ ਦੀ ਗੱਲ ਸੁਣ ਕੇ ਉੱਥੇ ਹੀ ਰੁਕ ਗਈ। ਉਹ ਕਹਿ ਰਹੀ ਸੀ ਕਿ ਮਾਂ, ਪਿਤਾ ਜੀ ਨੇ ਮੇਰੀ ਭਰਜਾਈ ਨਾਲ ਬਹੁਤ ਜ਼ੁਲਮ ਕੀਤੇ ਹਨ। ਤੁਸੀਂ ਉਸ ਦੀ ਭੈਣ ਤੇ ਇਲਜ਼ਾਮ ਲਗਾਇਆ। ਤੁਸੀਂ ਲੋਕ ਵੀ ਜਾਣਦੇ ਹੋ ਕਿ ਕਿਸੇ ਤੇ ਦੋਸ਼ ਲਗਾਉਣਾ ਕਿੰਨਾ ਵੱਡਾ ਪਾਪ ਹੈ, ਅਤੇ ਸ਼ਾਇਦ ਹੀ ਤੁਹਾਡੇ ਇਸ ਗੁਨਾਹ ਦੀ ਸਜ਼ਾ ਮੈਨੂੰ ਮਿਲ ਰਹੀ ਹੈ। ਜਿਸ ਤਰ੍ਹਾਂ ਤੁਸੀਂ ਕਿਸੇ ਦੀ ਧੀ ਲਈ ਮੁਸੀਬਤ ਪੈਦਾ ਕੀਤੀ ਸੀ, ਮੈਨੂੰ ਵੀ ਉਸੇ ਤਰ੍ਹਾਂ ਹੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਨੂੰ ਪਤਾ ਸੀ ਕਿ ਇਹ ਸਭ ਝੂਠ ਹੈ, ਪਰ ਇਸ ਸਭ ਦੇ ਬਾਅਦ ਵੀ ਉਹਨਾਂ ਦੋਹਾਂ ਭੈਣਾਂ ਨੇ ਤੁਹਾਨੂੰ ਕੁਝ ਨਹੀਂ ਕਿਹਾ। ਮੈਂ ਉਸਦੇ ਕਮਰੇ ਅੰਦਰ ਚਲੀ ਗਈ। ਮੈਨੂੰ ਦੇਖ ਕੇ ਉਹ ਪਰੇਸ਼ਾਨ ਹੋ ਗਈ। ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੱਕ ਵਾਰ ਵੀ ਇੰਨਾ ਅਹਿਸਾਸ ਨਹੀਂ ਹੋਇਆ ਕਿ ਤੁਸੀਂ ਕਿਸੇ ਦੀ ਧੀ ਨਾਲ ਕਿੰਨਾ ਬੁਰਾ ਕਰ ਰਹੇ ਹੋ। ਕੀ ਤੁਸੀਂ ਇਹ ਕਹਾਵਤ ਨਹੀਂ ਸੁਣੀ ਹੈ ਕਿ ਕੋਈ ਵਿਅਕਤੀ ਜੋ ਵੀ ਕਰਦਾ ਹੈ ਉਸ ਦਾ ਨੁਕਸਾਨ ਉਸ ਨੂੰ ਹੁੰਦਾ ਹੈ। ਜੋ ਵੀ ਮੁਸੀਬਤ ਅੱਜ ਤੁਸੀਂ ਕਿਸੇ ਦੇ ਬੱਚੇ ਨੂੰ ਦਿੰਦੇ ਹੋ, ਕੱਲ ਤੁਹਾਡੇ ਬੱਚੇ ਨੂੰ ਵੀ ਕੋਈ ਮੁਸੀਬਤ ਝੱਲਣੀ ਪਵੇਗੀ। ਅਤੇ ਦੇਖੋ, ਇਹ ਕਹਾਵਤ ਤੁਹਾਡੇ ਉੱਤੇ ਕਿੰਨੀ ਜਲਦੀ ਪੂਰੀ ਹੋ ਗਈ ਹੈ। ਉਸ ਤੋਂ ਬਾਅਦ ਆਂਟੀ ਨੇ ਆਪਣੇ ਵਾਅਦੇ ਮੁਤਾਬਕ ਮੇਰੀ ਭੈਣ ਦਾ ਵਿਆਹ ਕਰਵਾ ਦਿੱਤਾ। ਮੈਂ ਉਸਦੇ ਪਤੀ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਉਹ ਪੜ੍ਹਿਆ ਲਿਖਿਆ ਅਤੇ ਬਹੁਤ ਵਧੀਆ ਇਨਸਾਨ ਸੀ, ਪਰ ਮੈਨੂੰ ਆਪਣੀ ਨਣਦ ਜੋ ਮੇਰੇ ਨਾਲ ਬਹੁਤ ਚੰਗੀ ਸੀ ਅਤੇ ਮੈਂ ਉਸ ਨੂੰ ਦੁੱਖ ਵਿੱਚ ਨਹੀਂ ਦੇਖ ਸਕਦੀ ਸੀ, ਉਸ ਤੋਂ ਮੈਨੂੰ ਬਹੁਤ ਤਕਲੀਫ ਹੋਈ। ਫਿਰ ਇੱਕ ਦਿਨ ਉਸਦਾ ਪਤੀ ਸਿਰ ਝੁਕਾ ਕੇ ਸਾਡੇ ਘਰ ਆਇਆ। ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਉਸਨੇ ਕਿਹਾ ਕਿ ਉਸ ਨੂੰ ਅਹਿਸਾਸ ਹੋ ਗਿਆ ਹੈ ਕਿ ਉਸਨੇ ਬਹੁਤ ਗਲਤ ਕੀਤਾ ਹੈ। ਉਸਨੇ ਆਪਣੀ ਦੂਜੀ ਪਤਨੀ ਨੂੰ ਤਲਾਕ ਦੇ ਦਿੱਤਾ ਕਿਉਂਕਿ ਕਈ ਹੋਰ ਲੜਕਿਆਂ ਦੇ ਨਾਲ ਉਸਦੇ ਸੰਬੰਧ ਸਨ, ਅਤੇ ਵਿਆਹ ਤੋਂ ਬਾਅਦ ਵੀ ਉਸਨੇ ਉਹਨਾਂ ਦਾ ਸਾਥ ਨਹੀਂ ਛੱਡਿਆ। ਜਦੋਂ ਉਸਨੇ ਆਪਣੀ ਦੂਜੀ ਪਤਨੀ ਨੂੰ ਕਿਸੇ ਹੋਰ ਨਾਲ ਦੇਖਿਆ ਤਾਂ ਉਸਨੂੰ ਆਪਣੀਆਂ ਅੱਖਾਂ ਤੇ ਯਕੀਨ ਹੋ ਗਿਆ, ਪਰ ਉਸ ਕੋਲ ਉਸ ਨੂੰ ਛੱਡਣ ਅਤੇ ਆਪਣੀ ਪਹਿਲੀ ਪਤਨੀ ਨੂੰ ਆਪਣੇ ਘਰ ਵਾਪਸ ਲਿਆਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਘਰ ਦੇ ਸਾਰੇ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਝਿੜਕਿਆ ਅਤੇ ਪੁੱਛਿਆ, ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਸੀਂ ਦੁਬਾਰਾ ਅਜਿਹਾ ਕੰਮ ਨਹੀਂ ਕਰੋਗੇ? ਪਰ ਉਹ ਬਹੁਤ ਸ਼ਰਮਿੰਦਾ ਸੀ। ਮੇਰੀ ਨਣਦ ਨੇ ਕਿਹਾ ਕਿ ਉਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ। ਉਸ ਦੇ ਫੈਸਲੇ ਨੇ ਸਾਰਿਆਂ ਨੂੰ ਚੁੱਪ ਕਰਾ ਦਿੱਤਾ ਸੀ, ਅਤੇ ਮੇਰੇ ਸਹੁਰਿਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ। ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਸੱਸ ਨੇ ਮੇਰੇ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੈਂ ਤੁਹਾਡੇ ਅਤੇ ਤੁਹਾਡੀ ਭੈਣ ਨਾਲ ਬਹੁਤ ਗਲਤ ਕੀਤਾ ਹੈ। ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ। ਮੇਰੇ ਲਈ ਮੇਰੀ ਸੱਸ ਦੀਆਂ ਗੱਲਾਂ ਹੀ ਕਾਫੀ ਸਨ। ਮੈਂ ਆਪਣਾ ਦਿਲ ਸਾਫ਼ ਕੀਤਾ ਅਤੇ ਉਸ ਨੂੰ ਮਾਫ ਕਰ ਦਿੱਤਾ। ਹੁਣ ਮੈਂ ਅਤੇ ਮੇਰੀ ਭੈਣ ਆਪੋ ਆਪਣੇ ਘਰਾਂ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਈਆਂ ਸੀ। ਅਸੀਂ ਦੋਵੇਂ ਆਪਣੇ ਪਰਿਵਾਰਾਂ ਵਿੱਚ ਬਹੁਤ ਖੁਸ਼ ਸੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਹਾਂ, ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।